ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਸਾਹਿਤ ਦੇ ਰੂਪ ਜੀਵਨੀ ਬਾਰੇ ਚਰਚਾ ਕਰਨ ਲਈ ਹਾਜ਼ਰ ਹੋਏ ਹਾਂ। ਪਰ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਸਾਹਿਤਕ ਸੱਥ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਲਵੋ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਅਤੇ ਨਾਲ ਹੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਬਾਰੇ ਵੀ ਜਾਣਕਾਰੀ ਹਾਸਿਲ ਕਰ ਸਕਦੇ ਹੋ, ਤਾਂ ਜੋ ਤੁਹਾਨੂੰ ਆਪਣੀ ਕਲਾਸ ਦੇ ਨਾਲ ਸੰਬੰਧਿਤ ਸਿਲੇਬਸ ਦੇ ਬਾਰੇ ਸੰਪੂਰਨ ਜਾਣਕਾਰੀ ਹਾਸਿਲ ਹੋ ਸਕੇ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਭੂਮਿਕਾ ਵਜੋਂ ਜਾਂ ਮੁੱਢਲੀ ਜਾਣ ਪਛਾਣ ਵਜੋਂ ਕਹਿ ਸਕਦੇ ਹਾਂ ਕਿ ਜੀਵਨੀ ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਲੋਕਪ੍ਰਿਯ ਵੰਨਗੀ ਹੈ ਔਰ ਇਸ ਦੀਆਂ ਜੜ੍ਹਾਂ ਜਨਮ ਸਾਖੀ ਸਾਹਿਤ ਦੇ ਨਾਲ ਜਾ ਜੁੜਦੀਆਂ ਹਨ। ਪਰ ਜਨਮ ਸਾਖੀ ਅਤੇ ਜੀਵਨੀ ਦੇ ਵਿੱਚ ਸਭ ਤੋਂ ਵੱਡਾ ਜੋ ਵਖਰੇਵਾਂ ਜਾਂ ਅੰਤਰ ਹੈ ਉਹ ਇਹ ਹੈ ਕਿ ਜਨਮ ਸਾਖੀਆਂ ਦੇ ਵਿੱਚ ਪਾਰਲੌਕਿਕਤਾ ਦਾ ਵਰਣਨ ਹੁੰਦਾ ਹੈ, ਜਦ ਕਿ ਜੋ ਜੀਵਨੀ ਹੈ ਇਸ ਦੇ ਵਿੱਚ ਜੀਵਨ ਦੇ ਲੌਕਿਕ ਪੱਖ ਨੂੰ ਪੇਸ਼ ਕੀਤਾ ਜਾਂਦਾ ਹੈ। ਜੀਵਨੀ ਦੇ ਲਈ ਬਹੁਤ ਸਾਰੇ ਸਮਾਨਾਂਤਰ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਅੰਗਰੇਜ਼ੀ ਦੇ ਬਾਇਓਗ੍ਰਾਫੀ ਸ਼ਬਦ ਦਾ ਹੀ ਜੋ ਹੈ ਰੂਪਾਂਤਰਣ ਹੈ। ਇਸ ਨੂੰ ਜੀਵਨ ਚਰਿੱਤਰ ਜਾਂ ਜੀਵਨ ਚਿਤਰਨ ਦੇ ਰੂਪ ਦੇ ਵਿੱਚ ਵੀ ਜੋ ਹੈ ਵੇਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਜੀਵਨੀ ਸ਼ਬਦ ਦੀ ਵਰਤੋਂ ਜੋ ਹੈ ਉਹ ਡਰਾਈਡਨ ਨੇ ਕੀਤੀ। ਡਰਾਈਡਨ ਜੋ ਹੈ ਇੱਕ ਅਜਿਹਾ ਵਿਦਵਾਨ ਸੀ ਜਿਸ ਨੇ ਜੀਵਨੀ ਨੂੰ ਪਰਿਭਾਸ਼ਿਤ ਕਰਦਿਆਂ ਹੋਇਆਂ ਲਿਖਿਆ ਕਿ ਜੀਵਨੀ ਵਿਸ਼ੇਸ਼ ਮਨੁੱਖਾਂ ਦਾ ਜੀਵਨ ਇਤਿਹਾਸ ਹੈ। ਸੋ ਸਪਸ਼ਟ ਹੈ ਕਿ ਜੀਵਨੀ ਜੋ ਹੈ ਉਸ ਦਾ ਨਾਇਕ ਕੋਈ ਵਿਸ਼ੇਸ਼ ਮਨੁੱਖ ਹੀ ਹੋ ਸਕਦਾ ਹੈ। ਐਡਮਨ ਗੌਸ ਅਨੁਸਾਰ ਇਹ ਇੱਕ ਰੂਹ ਦੀ ਯਥਾਰਥਕ ਤਸਵੀਰ ਹੁੰਦੀ ਹੈ ਅਤੇ ਉਸਦੇ ਕਾਰਨਾਮਿਆਂ ਨੂੰ ਦਰਸਾਉਂਦੀ ਹੈ। ਹੈਲਰਡ ਨਿਕਲਸਨ ਅਨੁਸਾਰ ਜੀਵਨੀ ਕੁਝ ਮਨੁੱਖਾਂ ਦੇ ਇਤਿਹਾਸਕ ਵਰਣਨ, ਜਿਹੜਾ ਕਿ ਸਾਹਿਤ ਦਾ ਇੱਕ ਅੰਗ ਹੁੰਦੀ ਹੈ, ਨੂੰ ਕਿਹਾ ਜਾਂਦਾ ਹੈ। ਔਰ ਲਿਟਨ ਸਟ੍ਰੈਚੀ ਅਨੁਸਾਰ ਜੀਵਨੀ ਲੇਖਣ ਕਲਾ ਦਾ ਸਭ ਤੋਂ ਕੋਮਲ ਅਤੇ ਹਮਦਰਦੀ ਭਰਿਆ ਰੂਪ ਹੈ। ਇਸੇ ਤਰ੍ਹਾਂ ਮਾਰਕਵਿਟਨ ਅਨੁਸਾਰ ਜੀਵਨੀ ਮਨੁੱਖ ਦਾ ਅਜਿਹਾ ਲਿਬਾਸ ਹੈ ਜਿਸ ਵਿੱਚ ਝਰੋਖੇ ਹੁੰਦੇ ਹਨ ਅਤੇ ਜਿਸ ਨੂੰ ਮਨੁੱਖ ਖੁਦ ਨਹੀਂ ਲਿਖ ਸਕਦਾ। ਪ੍ਰੇਮ ਪ੍ਰਕਾਸ਼ ਅਨੁਸਾਰ ਜੀਵਨੀ ਕਿਸੇ ਮਹਾਂਪੁਰਖ ਦਾ ਅੰਦਰਲੇ ਬਾਹਰਲੇ ਸਰੂਪ ਦਾ ਕਲਾਤਮਕ ਨਿਰੂਪਣ ਹੈ। ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਕਿਸੇ ਵਿਸ਼ੇਸ਼ ਵਿਅਕਤੀ ਦੇ ਜੀਵਨ ਬਿਰਤਾਂਤ ਨੂੰ ਹੀ ਜੀਵਨੀ ਕਿਹਾ ਜਾਂਦਾ ਹੈ। ਔਰ ਜੀ.ਟੀ. ਸ਼ਿਪਲੇ ਲਿਖਦੇ ਹਨ ਕਿ ਜੀਵਨੀ ਉਹ ਸਾਹਿਤਕ ਰੂਪ ਹੈ ਜਿਸ ਵਿੱਚ ਨਾਇਕ ਦੇ ਸੰਪੂਰਨ ਜੀਵਨ ਦੀ ਚਰਚਾ ਹੁੰਦੀ ਹੈ। ਸੋ ਇਹਨਾਂ ਸਾਰੀਆਂ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਜੀਵਨੀ ਜੋ ਹੈ ਇੱਕ ਕਲਾਤਮਕ ਦਸਤਾਵੇਜ਼ ਹੈ ਜਿਸ ਦੇ ਵਿੱਚ ਕਿਸੇ ਮਹਾਨ ਸ਼ਖਸੀਅਤ ਦੇ ਜੀਵਨ ਦੇ ਨਾਲ ਸੰਬੰਧਿਤ ਵੇਰਵਿਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਆ ਜਾਂਦੇ ਹਨ ਜੀਵਨੀ ਦੇ ਪ੍ਰਮੁੱਖ ਤੱਤ, ਕਿਉਂਕਿ ਜੀਵਨੀ ਕਾਰ ਜੋ ਹੈ ਉਸ ਨੂੰ ਜੀਵਨੀ ਲਿਖਣ ਲੱਗਿਆਂ ਜੋ ਹੈ ਇਹਨਾਂ ਪ੍ਰਮੁੱਖ ਤੱਥਾਂ ਨੂੰ ਧਿਆਨ ਦੇ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ। ਉਹ ਕਿਹੜੇ ਹਨ? ਸਭ ਤੋਂ ਪਹਿਲਾਂ ਆ ਜਾਂਦਾ ਹੈ ਕਿ ਨਾਇਕ ਦੀ ਸ਼ਖਸੀਅਤ, ਕਿਉਂਕਿ ਜੀਵਨੀਕਾਰ ਜੋ ਹੈ ਉਸਨੇ ਜੋ ਜੀਵਨੀ ਲਿਖਣੀ ਹੈ, ਜਿਸ ਸ਼ਖਸ ਨੂੰ ਆਪਣੀ ਜੀਵਨੀ ਦਾ ਨਾਇਕ ਬਣਾਇਆ ਹੈ, ਉਸ ਦੇ ਜੀਵਨ ਦੇ ਨਾਲ ਜੋ ਸੰਬੰਧਿਤ ਘਟਨਾਵਾਂ ਹਨ ਉਹਨਾਂ ਦਾ ਹੀ ਲੇਖਾ ਜੋਖਾ ਨਹੀਂ ਕਰਨਾ ਹੁੰਦਾ, ਸਗੋਂ ਇਸ ਦੇ ਵਿੱਚ ਉਸਦੀ ਜੋ ਸ਼ਖਸੀਅਤ ਦੇ ਵਿੱਚ ਜਾਂ ਉਸਦੇ ਚਰਿੱਤਰ ਦੇ ਵਿੱਚ ਜਾਂ ਖੂਬੀਆਂ ਹਨ ਜਾਂ ਖਾਮੀਆਂ ਹਨ ਉਹਨਾਂ ਨੂੰ ਵੀ ਜੋ ਹੈ ਬੜੇ ਹੀ ਵਿਸਤਾਰ ਦੇ ਵਿੱਚ, ਯਾਨੀ ਕਿ ਉਹਨਾਂ ਦੀ ਤਹਿ ਦੇ ਵਿੱਚ ਜਾ ਕੇ ਬਿਆਨਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ, ਤਾਂ ਜੋ ਉਸ ਸ਼ਖਸੀਅਤ ਦੇ ਸੰਪੂਰਨ ਜੀਵਨ ਬਾਰੇ, ਉਸਦੇ ਅੰਦਰਲੇ ਭਾਵ, ਉਸਦੇ ਮਨੋਵਿਗਿਆਨਿਕ, ਉਸਦੇ ਔਰ ਬਾਹਰੀ ਜੀਵਨ ਦਾ ਸੰਪੂਰਨ ਲੇਖਾ ਜੋਖਾ ਉਲੀਕਿਆ ਜਾ ਸਕੇ। ਔਰ ਇਸ ਲੇਖੇ ਜੋਖੇ ਨੂੰ ਉਲੀਕਣ ਦੇ ਲਈ ਉਸਨੂੰ ਤੱਥਾਂ ਦੀ ਪੇਸ਼ਕਾਰੀ ਕਰਨੀ ਵੀ ਜ਼ਰੂਰੀ ਹੁੰਦੀ ਹੈ। ਔਰ ਇਹ ਤੱਥ ਲੇਖਕ ਨੇ ਕਿੱਥੋਂ ਇਕੱਠੇ ਕਰਨੇ ਹੁੰਦੇ ਹਨ? ਜੋ ਨਾਇਕ ਹੈ ਉਸਦੇ ਪਰਿਵਾਰ ਤੋਂ, ਉਸਦੇ ਦੋਸਤਾਂ ਮਿੱਤਰਾਂ ਤੋਂ, ਜਾਂ ਜਿਸ ਸਮਾਜ ਦੇ ਵਿੱਚ ਵਿਚਰ ਰਿਹਾ ਹੈ, ਜਿਨ੍ਹਾਂ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ, ਉਹਨਾਂ ਲੋਕਾਂ ਦੇ ਵਿੱਚ ਉਸ ਦਾ ਕਿਹੋ ਜਿਹਾ ਪ੍ਰਭਾਵ ਹੈ, ਲੋਕਾਂ ਦੀ ਉਸਦੇ ਪ੍ਰਤੀ ਕਿਹੋ ਜਿਹੀ ਸੋਚ ਹੈ ਜਾਂ ਨਜ਼ਰੀਆ ਹੈ, ਉੱਥੋਂ ਵੀ ਇਹ ਤੱਥ ਗ੍ਰਹਿਣ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਆ ਜਾਂਦਾ ਹੈ ਜੀਵਨੀ ਦੀ ਬਣਤਰ, ਕਿਉਂਕਿ ਜੀਵਨੀ ਦੀ ਜੋ ਬਣਤਰ ਹੈ, ਕਿਉਂਕਿ ਉਸਨੇ ਇੱਕ ਸਾਹਿਤ ਰੂਪ ਨੂੰ ਅਖਤਿਆਰ ਕਰਨਾ ਹੈ, ਇੱਕ ਸਾਹਿਤਕ ਵਿਧਾ ਹੈ, ਸੋ ਇਸ ਦੇ ਵਿੱਚ ਲੇਖਕ ਨੇ ਬੇਲੋੜਾ ਵਿਸਤਾਰ ਜੋ ਹੈ ਉਹ ਨਹੀਂ ਦੇਣਾ ਹੁੰਦਾ, ਸਗੋਂ ਜੋ ਨਾਇਕ ਹੈ ਉਸਦੇ ਜੀਵਨ ਦੇ ਨਾਲ ਸੰਬੰਧਿਤ ਜੋ ਸਟੀਕ ਜਾਣਕਾਰੀ ਹੈ
ਉਸ ਨੂੰ ਪੇਸ਼ ਕਰਨਾ ਹੁੰਦਾ ਹੈ। ਅਤੇ ਅਗਲਾ ਆ ਜਾਂਦਾ ਹੈ ਬੋਲੀ ਅਤੇ ਸ਼ੈਲੀ, ਕਿਉਂਕਿ ਜੋ ਜੀਵਨੀਕਾਰ ਹੈ ਉਸ ਦੀ ਜਿਹੜੀ ਆਪਣੀ ਭਾਸ਼ਾ ਹੈ, ਭਾਵ ਜਿਸ ਭਾਸ਼ਾ ਨੂੰ ਉਸਨੇ ਜੀਵਨੀ ਦਾ ਜੋ ਹੈ ਮਾਧਿਅਮ ਬਣਾਇਆ ਹੈ, ਜਿਸ ਭਾਸ਼ਾ ਨੂੰ ਮਾਧਿਅਮ ਬਣਾ ਕੇ ਜੀਵਨੀ ਲਿਖੀ ਹੈ, ਔਰ ਉਸ ਭਾਸ਼ਾ ਦੇ ਵਿੱਚ ਕਿੰਨੀ ਸਰਲਤਾ ਹੈ, ਸਪਸ਼ਟਤਾ ਹੈ, ਜਾਂ ਉਹ ਭਾਸ਼ਾ ਦੇ ਵਿੱਚ ਲੇਖਕ ਜੋ ਜੀਵਨੀ ਦਾ ਨਾਇਕ ਹੈ ਉਸਦੇ ਜੀਵਨ ਦੇ ਨਾਲ ਸੰਬੰਧਿਤ ਤੱਥਾਂ ਨੂੰ ਜੋ ਹੈ ਕਿਸ ਅੰਦਾਜ਼ ਦੇ ਵਿੱਚ ਪੇਸ਼ ਕਰਦਾ ਹੈ, ਕਿ ਉਹ ਰਸਾਤਮਕ ਹਨ, ਕਿ ਉਹ ਪਾਠਕਾਂ ਨੂੰ ਖਿੱਚ ਪਾਉਣ ਦੇ ਲਈ ਸਮਰੱਥ ਹਨ, ਪਾਠਕਾਂ ਦਾ ਮਨੋਰੰਜਨ ਵੀ ਕਰ ਰਹੇ ਹਨ, ਔਰ ਪਾਠਕਾਂ ਦਾ ਗਿਆਨਵਰਧਨ ਕਰਨ ਦੇ ਵਿੱਚ ਵੀ ਉਹਨਾਂ ਤੱਥਾਂ ਨੂੰ ਦੇ ਵਿੱਚ ਪ੍ਰਭਾਵਿਤ ਕਰਨ ਦੀ ਸ਼ਕਤੀ ਹੈ ਆਪਣੇ ਪਾਠਕ ਨੂੰ। ਭਾਵ ਜੀਵਨੀ ਦਾ ਜੇਕਰ ਜੋ ਨਾਇਕ ਹੈ ਉਹ ਜਿਸ ਨੂੰ ਚੁਣਿਆ ਗਿਆ ਹੈ, ਭਾਵ ਕੁਦਰਤੀ ਹੈ ਕਿ ਉਹ ਮਹਾਨ ਨਾਇਕ ਹੀ ਹੈ, ਪਰ ਜੇਕਰ ਨਾਇਕ ਮਹਾਨ ਹੈ ਪਰ ਉਸ ਨੂੰ ਲਿਖਣ ਵਾਲਾ ਲੇਖਕ ਜੇਕਰ ਸਧਾਰਨ ਪੱਧਰ ਦਾ ਹੈ ਤਾਂ ਉਹ ਜੀਵਨੀ ਕਦੇ ਵੀ ਹਰਮਨ ਪਿਆਰੀ ਨਹੀਂ ਹੋ ਸਕਦੀ। ਸੋ ਜੀਵਨੀ ਲਿਖਣ ਦੇ ਲਈ ਨਾਇਕ ਦੇ ਨਾਲ ਨਾਲ ਲੇਖਕ ਦਾ ਵੀ ਮਹਾਨ ਹੋਣਾ ਬਹੁਤ ਜ਼ਰੂਰੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਲੇਖਕ ਦੇ ਵਿੱਚ ਸੁਹਿਰਦਤਾ ਹੋਣੀ ਬੇਹੱਦ ਜ਼ਰੂਰੀ ਹੈ, ਔਰ ਨਿਰਪੱਖਤਾ ਸਹਿਤ ਉਸ ਨੇ ਜੋ ਹੈ ਨਾਇਕ ਦੇ ਜੀਵਨ ਦੇ ਨਾਲ ਸੰਬੰਧਿਤ ਘਟਨਾਵਾਂ ਨੂੰ ਬਿਆਨ ਕਰਨਾ ਹੈ। ਕੋਈ ਤੱਥ ਲੁਕਾਉਣਾ ਨਹੀਂ, ਕੁਝ ਛੁਪਾਉਣਾ ਨਹੀਂ, ਔਰ ਇਤਿਹਾਸਕ ਪੱਖ ਤੋਂ ਵੀ ਇਸ ਨੂੰ ਵਾਚਣ ਦੀ ਕੋਸ਼ਿਸ਼ ਕਰਨੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਉਦੇਸ਼, ਕਿ ਜੋ ਲੇਖਕ ਜੀਵਨੀ ਲਿਖ ਰਿਹਾ ਹੈ ਜਿਸ ਸ਼ਖਸੀਅਤ ਦੀ, ਉਸ ਸ਼ਖਸੀਅਤ ਦੀ ਜੀਵਨੀ ਲਿਖਣ ਦੇ ਪਿੱਛੇ ਉਸਦਾ ਉਦੇਸ਼ ਕੀ ਹੈ। ਭਾਵ ਜੋ ਪਾਠਕ ਵਰਗ ਹੈ ਉਸ ਨੂੰ ਉਸ ਸ਼ਖਸ ਦੇ ਜੀਵਨ ਸੰਬੰਧੀ ਜੋ ਤੱਥ ਹਨ, ਘਟਨਾਵਾਂ ਹਨ, ਜਾਂ ਉਸਦੇ ਆਦਰਸ਼ ਹਨ, ਜਾਂ ਉਸਦੀ ਜੀਵਨ ਜਾਂਚ ਹੈ, ਉਹਨਾਂ ਤੋਂ ਜਾਣੂ ਕਰਵਾਉਣਾ, ਔਰ ਪਾਠਕ ਵਰਗ ਨੂੰ ਉਸ ਦੇ ਬਾਰੇ ਪ੍ਰੇਰਣਾ ਦੇਣਾ ਵੀ ਲੇਖਕ ਦਾ ਜਾਂ ਜੀਵਨੀਕਾਰ ਦਾ ਮੁੱਖ ਮਕਸਦ ਹੁੰਦਾ ਹੈ। ਸੋ ਇਸ ਤੋਂ ਬਾਅਦ ਅਗਲਾ ਆ ਜਾਂਦਾ ਹੈ ਜੀਵਨੀ ਦੇ ਪ੍ਰਕਾਰ, ਕਿ ਪੰਜਾਬੀ ਸਾਹਿਤ ਦੇ ਵਿੱਚ ਹੁਣ ਤੱਕ ਜੋ ਹੈ ਕਿਹੋ ਜਿਹੀਆਂ ਜੀਵਨੀਆਂ ਲਿਖੀਆਂ ਗਈਆਂ ਹਨ। ਕੁਝ ਧਾਰਮਿਕ ਜੀਵਨੀਆਂ ਲਿਖੀਆਂ ਗਈਆਂ ਹਨ, ਇਤਿਹਾਸਕ ਵੀ ਲਿਖੀਆਂ ਗਈਆਂ ਹਨ, ਸਾਹਿਤਕ ਜੀਵਨੀਆਂ ਦੀ ਵੀ ਰਚਨਾ ਹੋਈ ਹੈ। ਧਾਰਮਿਕ ਜੀਵਨੀਆਂ ਦੀ ਸ਼ੁਰੂਆਤ ਜੋ ਹੈ, ਜਿਵੇਂ ਕਿ ਮੁੱਢ ਦੇ ਵਿੱਚ ਦੱਸਿਆ ਹੈ ਕਿ ਜਨਮ ਸਾਖੀ ਸਾਹਿਤ ਨੂੰ ਜੋ ਹੈ ਵੀ ਜੀਵਨੀ ਦਾ ਹੀ ਇੱਕ ਰੂਪ ਮੰਨਿਆ ਜਾਂਦਾ ਹੈ। ਭਾਵ ਜੀਵਨੀ ਦੀਆਂ ਜੜ੍ਹਾਂ ਜਨਮ ਸਾਖੀਆਂ ਦੇ ਨਾਲ ਜਾ ਜੁੜਦੀਆਂ ਹਨ। ਸੋ ਗਿਆਨੀ ਗੁਰਦਿੱਤ ਸਿੰਘ ਨੇ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ, ਜੀਵਨ ਕਥਾ ਸ੍ਰੀ ਗੁਰੂ ਹਰਿਰਾਏ ਜੀ ਅਤੇ ਜੀਵਨ ਕਥਾ ਸ੍ਰੀ ਹਰਿਕ੍ਰਿਸ਼ਨ ਜੀ ਲਿਖ ਕੇ ਧਾਰਮਿਕ ਜੀਵਨੀਆਂ ਦੇ ਵਿੱਚ ਵਾਧਾ ਕੀਤਾ। ਔਰ ਇਸੇ ਤਰ੍ਹਾਂ ਇਤਿਹਾਸਕ ਜੀਵਨੀਆਂ ਜੋ ਹਨ, ਇਹਨਾਂ ਦੇ ਵਿੱਚ ਸਭ ਤੋਂ ਮੁੱਢਲਾ ਸਥਾਨ ਜੋ ਹੈ ਉਹ ਬਾਬਾ ਪ੍ਰੇਮ ਸਿੰਘ ਹੋਤੀ ਦਾ ਹੈ, ਜਿਨ੍ਹਾਂ ਨੇ ਸਰਦਾਰ ਹਰੀ ਸਿੰਘ ਨਲੂਆ ਅਤੇ ਬਾਬਾ ਫੂਲਾ ਸਿੰਘ ਅਤੇ ਕੰਵਰ ਨੌ ਨਿਹਾਲ ਸਿੰਘ ਦੀਆਂ ਜੀਵਨੀਆਂ ਲਿਖੀਆਂ। ਇਸੇ ਤਰ੍ਹਾਂ ਸੁਰਜੀਤ ਸੇਠੀ ਜੋ ਹਨ ਉਹ ਇਤਿਹਾਸਕ ਤੱਥਾਂ ਨੂੰ ਆਧਾਰ ਬਣਾ ਕੇ ਹੀ ਉਹਨਾਂ ਨੇ ਨਾਟਕ ਵੀ ਲਿਖੇ ਹਨ, ਇਕਾਂਗੀਆਂ ਵੀ, ਅਤੇ ਉਹਨਾਂ ਨੇ ਜੀਵਨੀਆਂ ਵੀ ਲਿਖੀਆਂ ਹਨ। ਸੋ ਸੁਰਜੀਤ ਸੇਠੀ ਦੀ ਲਿਖੀ ਹੋਈ ਜੀਵਨੀ ਨੇਤਾ ਜੀ ਦਾ ਇਤਿਹਾਸ, ਨੇਤਾ ਜੀ ਅਤੇ ਜੀਵਨ ਜਰਨੈਲ ਮੋਹਨ ਸਿੰਘ, ਇਹ ਦੋ ਜੋ ਹਨ ਇਤਿਹਾਸਕ ਜੀਵਨੀਆਂ ਕਾਫੀ ਪ੍ਰਸਿੱਧ ਹਨ। ਇਸੇ ਤਰ੍ਹਾਂ ਸਾਹਿਤਕ ਜੀਵਨੀਆਂ ਹਨ, ਜਿਵੇਂ ਪ੍ਰੋਫੈਸਰ ਹਰਦਿਆਲ ਸਿੰਘ ਨੇ ਇੱਕ ਸੁਨਹਿਰੀ ਦਿਲ ਨਾਂ ਦੀ ਜੀਵਨੀ ਲਿਖੀ ਹੈ, ਜੋ ਕਿ ਇਹ ਦੀਵਾਨ ਸਿੰਘ ਕਾਲੇ ਪਾਣੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਜੀਵਨੀਆਂ ਪੰਜਾਬੀ ਸਾਹਿਤ ਦੇ ਵਿੱਚ ਲਿਖੀਆਂ ਗਈਆਂ ਹਨ, ਔਰ ਕੁਝ ਜੀਵਨੀਆਂ ਜੋ ਹਨ ਪੰਜਾਬੀ ਸਾਹਿਤ ਦੇ ਵਿੱਚ ਅਨੁਵਾਦ ਵੀ ਕੀਤੀਆਂ ਗਈਆਂ ਹਨ, ਜਿਵੇਂ ਕਿ ਮਹਾਤਮਾ ਗਾਂਧੀ ਦੀ ਜੀਵਨੀ ਜਾਂ ਜਵਾਹਰ ਲਾਲ ਨਹਿਰੂ ਦੀ ਜੀਵਨੀ। ਇਸੇ ਤਰ੍ਹਾਂ ਜੋ ਹੈ ਪੰਜਾਬੀ ਸਾਹਿਤ ਦੇ ਵਿੱਚ ਜੀਵਨੀ ਸਾਹਿਤ ਨੇ ਇੱਕ ਬੇਹੱਦ ਮਕਬੂਲੀਅਤ ਹਾਸਲ ਕਰ ਲਈ ਹੈ ਜਾਂ ਪ੍ਰਸਿੱਧੀ ਹਾਸਲ ਕਰ ਰਹੀ ਹੈ। ਇਹ ਇੱਕ ਅਜਿਹਾ ਸਾਹਿਤ ਰੂਪ ਹੈ ਜਿਸ ਦਾ ਪੰਜਾਬੀ ਜੋ ਹੈ ਵਾਰਤਕ ਸਾਹਿਤ ਦੇ ਵਿੱਚ ਨਿਵੇਕਲਾ ਸਥਾਨ ਹੈ। ਸੋ ਸਿੱਟੇ ਵਜੋਂ ਸਮੁੱਚੇ ਰੂਪ ਦੇ ਵਿੱਚ ਜਾਂ ਨਿਸ਼ਕਰਸ਼ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਜੀਵਨੀ ਜੋ ਹੈ ਇੱਕ ਅਜਿਹਾ ਸਾਹਿਤ ਰੂਪ ਹੈ ਜਿਸ ਦੇ ਵਿੱਚ ਕਿਸੇ ਵਿਸ਼ੇਸ਼ ਮਨੁੱਖ ਦੇ ਜੀਵਨ ਦੀ ਕਲਾਤਮਕ ਅਭਿਵਿਅਕਤੀ ਕੀਤੀ ਜਾਂਦੀ ਹੈ। ਇਹ ਕਲਾਤਮਕ ਸੱਭਿਆਚਾਰ ਦਾ ਇੱਕ ਦਸਤਾਵੇਜ਼ ਹੋ ਨਿਬੜਦੀ ਹੈ। ਸੋ ਉਮੀਦ ਹੈ ਕਿ ਜੀਵਨੀ ਸਾਹਿਤ ਬਾਰੇ ਕੀਤੀ ਗਈ ਇਹ ਚਰਚਾ ਜੋ ਹੈ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ।
ਔਰ ਇਹ ਚੈਨਲ ਦੁਆਰਾ ਕੀਤੇ ਗਏ ਇਹ ਯਤਨ ਜੋ ਹੈ, ਜੇਕਰ ਤੁਹਾਨੂੰ ਪਸੰਦ ਆ ਰਹੇ ਹਨ ਤਾਂ ਇਸ ਚੈਨਲ ਨੂੰ ਹੋਰ ਵੀ ਵਿਦਿਆਰਥੀਆਂ ਦੇ ਨਾਲ ਸਾਂਝੇ ਕਰਦੇ ਰਹੋ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀਆਂ ਪੜ੍ਹਾਈ ਸੰਬੰਧੀ ਜ਼ਰੂਰਤਾਂ ਦੀ ਜਾਣਕਾਰੀ ਹਾਸਿਲ ਕਰ ਸਕਣ। ਸੋ ਵੇਖਦੇ ਰਹਿਣਾ ਇਸ ਚੈਨਲ ਨੂੰ, ਔਰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਦੇ ਰਹਿਣਾ। ਮਿਲਾਂਗੇ ਕਿਸੇ ਅਗਲੇ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।